ਜਦੋਂ ਕੋਈ ਗੁਰੂ ਕੀ ਸ਼ਰਨ ਵਿੱਚ ਆਉਂਦਾ ਫਿਰ ਹੰਕਾਰ ਟੁੱਟ ਜਾਂਦਾ ਬੰਦੇ ਦਾ। ਤੇ ਸਾਧ ਸੰਗਤ ਆਪਾਂ ਕੱਲ ਹੀ ਗੁਰੂ ਗ੍ਰੰਥ ਸਾਹਿਬ ਦਾ ਸੰਪੂਰਨਤਾ ਦਿਵਸ ਆਪਾਂ ਮਨਾਇਆ ਹੈ। ਤਲਵੰਡੀ ਸਾਬੋ ਦਮਦਮਾ ਸਾਹਿਬ ਦੀ ਧਰਤੀ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੰਪੂਰਨਤਾ ਬਖਸ਼ਿਸ਼ ਕੀਤੀ। ਤੇ ਮੈਂ ਇੱਕ ਬੇਨਤੀ ਨਾਲ ਹੋਰ ਕਰਾਂ, ਬਹੁਤ ਸਾਰੀਆਂ ਸੰਗਤਾਂ ਦੇ ਮਨ ਵਿੱਚ ਇੱਕ ਭੁਲੇਖਾ ਹੈ, ਕਿਉਂਕਿ 2003 ਦੇ ਅੰਦਰ ਜੋ ਨਾਨਕਸ਼ਾਹੀ ਕੈਲੰਡਰ ਲਾਗੂ ਕੀਤਾ ਸੀ, ਜਿਸ ਵਿੱਚ ਕੁਝ ਦਿਹਾੜੇ ਫਿਕਸ ਕੀਤੇ ਗਏ ਸਨ, ਉਹਦੇ ਮੁਤਾਬਕ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਦਿਨ 1 ਸਤੰਬਰ ਨੂੰ ਜਿਹੜਾ ਹੈ ਉਹ ਮਨਾਇਆ ਜਾਂਦਾ ਸੀ ਅਤੇ 30 ਅਗਸਤ ਨੂੰ ਗੁਰੂ ਗ੍ਰੰਥ ਸਾਹਿਬ ਦਾ ਸੰਪੂਰਨਤਾ ਦਿਵਸ ਮਨਾਇਆ ਜਾਂਦਾ ਸੀ। ਉਹ ਕੁਝ ਸਾਲ ਚੱਲਦਾ ਰਿਹਾ ਤੇ ਸੰਗਤ ਦੇ ਮਨ ਦੇ ਵਿੱਚ ਇਹ ਗੱਲ ਘਰ ਕਰ ਗਈ ਕਿ ਸੰਪੂਰਨਤਾ ਦਿਵਸ ਦਾ ਸੰਬੰਧ ਪਹਿਲੇ ਪ੍ਰਕਾਸ਼ ਦੇ ਨਾਲ ਹੈ। ਪਰ ਮੈਂ ਬੇਨਤੀ ਕਰਾਂ, ਸੰਪੂਰਨਤਾ ਦਿਵਸ ਇੱਕ ਵੱਖਰਾ ਦਿਹਾੜਾ ਹੈ ਤੇ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਇੱਕ ਵੱਖਰਾ ਦਿਹਾੜਾ ਹੈ। ਪਹਿਲਾ ਪ੍ਰਕਾਸ਼ ਸਨ 1604 ਦੇ ਵਿੱਚ ਉਸ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦਾ ਹੋਇਆ, ਜਿਸ ਨੂੰ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਰਾਮਸਰ ਦੀ ਪਾਵਨ ਧਰਤੀ ਤੇ ਬੈਠ ਕੇ ਤਿਆਰ ਕਰਵਾਇਆ ਸੀ। ਭਾਈ ਗੁਰਦਾਸ ਜੀ ਦੇ ਪਾਸੋਂ ਲਿਖਵਾਇਆ ਸੀ। ਬਾਬਾ ਬੁੱਢਾ ਸਾਹਿਬ ਜੀ ਨੂੰ ਮੁੱਖ ਗ੍ਰੰਥੀ ਦੀ ਸੇਵਾ ਜਦੋਂ ਸੌਂਪੀ ਗਈ ਹਰਮੰਦਰ ਸਾਹਿਬ ਵਿਖੇ, ਪਹਿਲਾ ਪ੍ਰਕਾਸ਼ ਉਹ ਹੈ। ਤੇ ਸੰਪੂਰਨਤਾ ਦਿਵਸ ਉਹ ਦਿਹਾੜਾ ਏ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਤਲਵੰਡੀ ਸਾਬੋ ਦਮਦਮਾ ਸਾਹਿਬ ਦੀ ਧਰਤੀ ਤੇ ਆਪਣੇ ਕੰਠ ਤੋਂ ਬਾਣੀ ਉਚਾਰਨ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਭਾਈ ਮਨੀ ਸਿੰਘ ਜੀ ਦੇ ਪਾਸੋਂ ਲਿਖਵਾਇਆ ਅਤੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਦਰਜ ਕਰਵਾਈ। 59 ਸ਼ਬਦ 57 ਸ਼ਲੋਕ 15 ਰਾਗਾਂ ਵਿੱਚ ਬਾਣੀ, ਇੱਕ ਜੈਜਾਵੰਤੀ ਰਾਗ ਜਿਹੜਾ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਉਚਾਰਨ ਕੀਤਾ ਉਹ ਦਰਜ ਹੋਇਆ। ਉੱਥੇ ਸੰਪੂਰਨਤਾ ਹੋਈ। ਇਸ ਕਰਕੇ ਦੋਵੇਂ ਦਿਹਾੜੇ ਜਿਹੜੇ ਨੇ ਵੱਖਰੇ ਵੱਖਰੇ ਨੇ ਤੇ ਬਹੁਤੇ ਗੁਰਸਿੱਖ ਸੋਚਦੇ ਨੇ ਕਿ ਸ਼ਾਇਦ ਸੰਪੂਰਨਤਾ ਦਿਵਸ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਤੋਂ ਬਾਅਦ ਆ ਰਿਹਾ ਹੈ। ਕਈਆਂ ਨੇ ਸਵਾਲ ਕੀਤੇ, ਜੀ ਵੇਖੋ ਪ੍ਰਕਾਸ਼ ਦਿਹਾੜਾ ਤੇ ਪਹਿਲਾਂ ਮਨਾ ਲਿਆ ਤੇ ਸੰਪੂਰਨਤਾ ਦਿਵਸ ਬਾਅਦ ਵਿੱਚ ਆ ਰਿਹਾ ਹੈ। ਮੈਂ ਬੇਨਤੀ ਕਰਾਂ, ਇਹਨਾਂ ਦੋਵਾਂ ਦਾ ਆਪਸ ਵਿੱਚ ਕੋਈ ਮੇਲ ਨਹੀਂ ਹੈ। ਇਹ ਦਿਹਾੜੇ ਵੱਖੋ ਵੱਖਰੇ ਨੇ ਤੇ ਜੋ ਹੁਣ ਕੈਲੰਡਰ ਚੱਲ ਰਿਹਾ ਉਹਦੇ ਮੁਤਾਬਕ ਡੇਟਾਂ ਅੱਗੇ ਪਿੱਛੇ ਆ ਜਾਂਦੀਆਂ ਨੇ, ਪਰੰਤੂ ਇਤਿਹਾਸ ਤੋਂ ਸਾਨੂੰ ਜਾਣੂ ਹੋਣਾ ਚਾਹੀਦਾ ਹੈ। ਤਾਂ ਮੈਂ ਬੇਨਤੀ ਕਰਦਾ ਸਾਂ, ਜਿਸ ਵੇਲੇ ਤਲਵੰਡੀ ਸਾਬੋ ਦਮਦਮਾ ਸਾਹਿਬ ਦੀ ਧਰਤੀ ਤੇ ਹਜੂਰ ਸੱਚੇ ਪਾਤਸ਼ਾਹ ਪਹੁੰਚੇ, ਗੁਰਸਿੱਖ ਮਹਾਰਾਜ ਦੀ ਸ਼ਰਨ ਵਿੱਚ ਆਏ, ਦੀਵਾਨ ਸਜਿਆ ਹੋਇਆ ਹੈ। ਇਸ ਤਲਵੰਡੀ ਦਾ ਚੌਧਰੀ, ਜਿਸ ਦਾ ਪਹਿਲਾ ਨਾਮ ਭਾਈ ਡੱਲਾ ਸੀ, ਬਾਅਦ ਵਿੱਚ ਅੰਮ੍ਰਿਤ ਛਕ ਕੇ ਭਾਈ ਡੱਲ ਸਿੰਘ ਸਜਿਆ। ਹੁਣ ਭਾਈ ਡੱਲਾ ਵੀ ਗੁਰੂ ਕੇ ਚਰਨਾਂ ਵਿੱਚ ਆਇਆ। ਡੱਲਾ ਇਸ ਇਲਾਕੇ ਦਾ ਚੌਧਰੀ ਸੀ। ਇਹਨੇ ਕੁਝ ਫੌਜ ਆਪਣੇ ਕੋਲ ਰੱਖੀ ਹੋਈ ਹੈ। ਜਿਹੜੇ ਜਵਾਨੀ ਦੀ ਫੌਜ ਵਿੱਚ ਭਰਤੀ ਨੇ ਨਾ, ਉਹਨਾਂ ਤੇ ਬੜਾ ਮਾਣ ਹੈ ਡੱਲੇ ਨੂੰ ਕਿ ਮੇਰੇ ਜਿਹੜੇ ਸੂਰਮੇ ਬੜੇ ਤਕੜੇ ਨੇ। ਇੰਨਾ ਮਾਣ ਕਰਦਾ ਆਪਣੇ ਸੂਰਮਿਆਂ ਤੇ, ਕਹਿੰਦਾ ਮੌਤ ਵੀ ਇਹਨਾਂ ਦੇ ਸਾਹਮਣੇ ਆ ਕੇ ਟਿਕ ਨਹੀਂ ਸਕਦੀ। ਜਦੋਂ ਕਲਗੀਧਰ ਪਾਤਸ਼ਾਹ ਜੀ ਨੇ ਆਨੰਦਪੁਰ ਸਾਹਿਬ ਦਾ ਕਿਲਾ ਛੱਡਣ ਦੀ ਗੱਲ ਦੱਸੀ, ਸਰਸਾ ਦੇ ਕੰਢੇ ਪਰਿਵਾਰ ਦੇ ਵਿਛੋੜੇ ਦਾ ਹਾਲ ਦੱਸਿਆ ਤੇ ਚਮਕੌਰ ਸਾਹਿਬ ਦੀ ਜੰਗ ਦਾ ਹਾਲ ਸੁਣਾਇਆ, ਕਿਸ ਤਰ੍ਹਾਂ ਵੱਡੇ ਸਾਹਿਬਜ਼ਾਦਿਆਂ ਨੇ ਸ਼ਹਾਦਤ ਦੇ ਜਾਮ ਪੀਤੇ ਸਨ। ਤੇ ਡੱਲਾ ਕੋਲ ਬੈਠਾ ਸੁਣੀ ਗਿਆ ਗੱਲਾਂ ਸਾਰੀਆਂ। ਸਾਰਾ ਕੁਝ ਸੁਣਨ ਤੋਂ ਬਾਅਦ ਡੱਲਾ ਉੱਠ ਕੇ ਕਹਿੰਦਾ, ਮਹਾਰਾਜ ਜੇ ਕਿਤੇ ਤੁਸੀਂ ਮੈਨੂੰ ਯਾਦ ਕਰ ਲੈਂਦੇ, ਮੈਂ ਆਪਣੀ ਫੌਜ ਲੈ ਕੇ ਪਹੁੰਚ ਜਾਂਦਾ ਤੁਹਾਡੀ ਮਦਦ ਵਾਸਤੇ ਤੇ ਤੁਹਾਡੇ ਵੱਡੇ ਸਾਹਿਬਜ਼ਾਦੇ ਮੈਂ ਸ਼ਹੀਦ ਨਹੀਂ ਸੀ ਹੋਣ ਦੇਣੇ। ਕਹਿੰਦਾ ਮੇਰੇ ਜਵਾਨ ਬੜੇ ਤਕੜੇ ਨੇ। ਹੁਣ ਆਪਣੇ ਜਵਾਨਾਂ ਤੇ ਮਾਣ ਕਰ ਰਿਹਾ ਹੈ, ਆਪਣੇ ਸਰੀਰਕ ਬਲ ਤੇ ਮਾਣ ਕਰਦਾ ਹੈ,
पर जानदा नहीं कि गुरु किड्डा समर्थ है। वो जानदा नहीं कि सिख किन्ने महान ने जिन्हां ने गुरु तो जाना कुर्बान कीतियां। कहंदे अपने योधियां ते मान करन वाला डल्ला अपने योधियां दियां बड़ियां बहादरी दियां गल्लां हजूर नूं सुना रिहा है। ते कहंदे इन्नी देर विच एक सिख उत्थे बंदूक लैके आ गया। कहंदा महाराज बहुत सुंदर बंदूक जिहड़ी है ਇਹ ਤਿਆਰ ਕੀਤੀ ਆਪ ਜੀ ਨੂੰ ਭੇਟਾ ਕਰਨ ਵਾਸਤੇ ਲੈ ਕੇ ਆਇਆ। ਤੇ ਚੌਧਰੀ ਡੱਲੇ ਨੇ ਵੀ ਸਿਫਾਰਿਸ਼ ਕੀਤੀ ਮਹਾਰਾਜ ਸੱਚੀ ਮੁੱਚੀ ਇਹ ਬੰਦੂਕ ਬੜੀ ਕੀਮਤੀ ਹੈ, ਇਹਨੇ ਤਿਆਰ ਕੀਤੀ ਕਾਰੀਗਰ ਨੇ, ਤੁਹਾਨੂੰ ਭੇਟ ਕਰਨ ਵਾਸਤੇ ਲੈ ਕੇ ਆਇਆ ਹੈ। ਤੁਸੀਂ ਆਪਣੇ ਮੁਬਾਰਕ ਹੱਥਾਂ ਵਿੱਚ ਬੰਦੂਕ ਲੈ ਕੇ ਇਹਦਾ ਨਿਸ਼ਾਨਾ ਜਿਹੜਾ ਹੈ ਸਾਧ ਸੰਗਤ ਉਹ ਪਰਖ ਕੇ ਵੇਖੋ। कलगीधर पातशाह ने अपने हत्थां विच बंदूक फड़ लई ते डल्ले नूं कहन लगे, भाई डल्लिया तू अपने सूरमियां दियां बड़ियां बहादरी दियां गाथा सुना रहा सैं कि तेरे सूरमे बड़े तकड़े ने, तेरे जवान बड़े तकड़े ने। लिया अपने जवानां विचों किसे जवान नूं सद, आओ सामने खड़ा कर दे, असीं बंदूक दा निशाना ला के वेखना है। जदों इन्नी गल सुनी ना ते डल्ला सोचां विच पै गया कि जे बंदूक दा निशाना ही परखना है ते गोली जवान ते काहतों चलाई जावे, होर किसे चीज ते चला लो। जदों महाराज ने फिर आख्या डल्लिया अपने सिपाहियां विचों बुला कोई बंदा आओ सामने खड़ा करा, असीं बंदूक नाल निशाना ला के वेखना है, बंदूक दा निशाना परखना है। जदों इन्नी गल सुनी ना साध संगत डल्ले दी नीवी पै गई। ते जदों पिछे परत के वेख्या जिहड़े डल्ले दे सिपाही सन वो सब भज गए, सारे सिपाही भज गए। डल्ले दा मान टुट गया। उत्थे बड़े प्यारे वचन कवि तरलोक सिंह जी गुंचा ने लिखे ने। जदों महाराज वड्डे साहिबजादियां दी शहादत दी गाथा सुना रहे सन, उस वेले डल्ले ने आख्या, डल्ले कहा बड़े हंकार अंदर, मेरे सूर में बड़े मुंह जोर दाता, लखां झक्खड़ तूफाना दे मुंह मुड़ गए, वे इन्हां दी तोर दाता। मौत इन्हां नूं वेख के करे सिजदे, करां सिफत की इन्हां दी होर दाता। तेरे लाल शहीद ना होण दिंदे जेकर हुंदे विच चमकौर दाता। परखण वास्ते दाते बंदूक फड़ लई, सावें सूरमा खड़ कोई सकिया नहीं। ओ डल्लिया ਸਿੰਘਾਂ सामने कख भी नहीं, इन्हां खंडे दे पौल नूं छकिया नहीं। महाराज कहंदे तेरे सूरमे डल्लिया मेरे ਸਿੰਘਾਂ ਦਾ ਮੁਕਾਬਲਾ नहीं कर सकदे। परखण वास्ते दाते बंदूक फड़ लई, सावें सूरमा खड़ कोई सकिया नहीं। ओ डल्लिया ਸਿੰਘਾਂ सामने कख भी नहीं, इन्हां खंडे दे पौल नूं छकिया नहीं। जदों डल्ले दे सूरमे भज गए ना ते महाराज कहंदे जा हुण मेरे ਸਿੰਘਾਂ नूं आवाज मार, ਇਹ ਕਹਿ ਦੇ ਕਿ ਕਲਗੀਧਰ ਪਾਤਸ਼ਾਹ ਨੇ ਤੁਹਾਨੂੰ ਬੁਲਾਇਆ ਹੈ, ਯਾਦ ਕੀਤਾ ਹੈ ਤੇ ਬੰਦੂਕ ਦਾ ਨਿਸ਼ਾਨਾ ਪਰਖਣਾ ਹੈ। ਕਹਿੰਦੇ ਡੱਲਾ ਹੁਣ ਹੱਕਾ ਬੱਕਾ ਰਹਿ ਗਿਆ ਤੇ ਜਾ ਕੇ ਮਹਾਰਾਜ ਦੇ ਸਿੰਘਾਂ ਨੂੰ ਆਵਾਜ਼ ਮਾਰਦਾ, ਭਾਈ ਤੁਹਾਨੂੰ ਗੁਰੂ ਯਾਦ ਕਰ ਰਿਹਾ ਹੈ, ਗੁਰੂ ਜੀ ਨੇ ਬੰਦੂਕ ਦਾ ਨਿਸ਼ਾਨਾ ਪਰਖਣਾ ਹੈ। ਇੰਨੀ ਗੱਲ ਸੁਣਨ ਦੀ ਦੇਰ ਸੀ ਭਾਈ ਵੀਰ ਸਿੰਘ ਭਾਈ ਧੀਰ ਸਿੰਘ ਦੋਵੇਂ ਜਿਹੜੇ ਘੋੜਿਆਂ ਨੂੰ ਦਾਣਾ ਪੱਠਾ ਪਾਉਣ ਦੀ ਸੇਵਾ ਕਰ ਰਹੇ ਸਨ, ਕਹਿੰਦੇ ਦਸਤਾਰਾਂ ਹੱਥਾਂ ਵਿੱਚ ਫੜ ਲਈਆਂ ਤੇ ਦਸਤਾਰਾਂ ਬੰਨਦੇ ਬੰਨਦੇ ਕਾਲੀ ਕਾਲੀ ਭੱਜ ਕੇ ਇੱਕ ਦੂਜੇ ਤੋਂ ਮੂਹਰੇ ਹੋ ਕੇ ਗਏ। ਇੱਕ ਕਹਿੰਦਾ ਮੈਨੂੰ ਪਹਿਲਾਂ ਆਵਾਜ਼ ਵੱਜੀ ਏ, ਮੈਂ ਸਾਹਮਣੇ ਖੜਾ ਹੋਵਾਂਗਾ, ਕਲਗੀਧਰ ਪਾਤਸ਼ਾਹ ਦੀ ਬੰਦੂਕ ਵਿੱਚੋਂ ਚੱਲੀ ਗੋਲੀ ਦਾ ਮੈਂ ਨਿਸ਼ਾਨਾ ਬਣਾਂਗਾ। ਤੇ ਦੂਜਾ ਕਹਿੰਦਾ ਸੀ ਆਵਾਜ਼ ਪਹਿਲਾਂ ਮੈਂ ਸੁਣੀਏ, ਮੈਨੂੰ ਅੱਗੇ ਹੋਣ ਦੇ। ਹੁਣ ਦੋਵੇਂ ਇਹ ਜਵਾਨ ਅੱਗੇ ਖੜ ਗਏ ਤੇ ਜਦੋਂ ਮਹਾਰਾਜ ਨੇ ਗੋਲੀ ਚਲਾਈ ਤੇ ਸਿਰ ਦੇ ਉੱਪਰੋਂ ਦੀ ਲੰਘਾ ਦਿੱਤੀ। ਹੁਣ ਡੱਲਾ ਗੁਰੂ ਕੇ ਸਿੱਖਾਂ ਦਾ ਐਡਾ ਸਿਦਕ ਤੇ ਭਰੋਸਾ ਵੇਖ ਕੇ ਮਹਾਰਾਜ ਦੇ ਚਰਨਾਂ ਤੇ ਢਹਿ ਪਿਆ।
ਅੰਦਰੋਂ ਹੰਕਾਰ ਟੁੱਟ ਗਿਆ, ਮਾਨ ਟੁੱਟ ਗਿਆ ਤੇ ਮਹਾਰਾਜ ਦੇ ਚਰਨਾਂ ਵਿੱਚ ਢਹਿ ਕੇ ਕਹਿੰਦਾ, ਸਤਿਗੁਰੂ ਕਿਰਪਾ ਕਰੋ, ਜਿੰਨਾ ਪ੍ਰੇਮ, ਜਿੰਨੀ ਭਾਵਨਾ, ਜਿੰਨਾ ਵਿਸ਼ਵਾਸ, ਜਿੰਨਾ ਅਕੀਦਾ, ਜਿੰਨੀ ਦ੍ਰਿੜਤਾ, ਜਿੰਨੀ ਬਹਾਦਰੀ ਤੁਹਾਡੇ ਸਿੱਖਾਂ ਵਿੱਚ ਹੈ, ਮੇਰੇ ਯੋਧੇ ਤਾਂ ਇਹਨੇ ਸਾਹਮਣੇ ਕੱਖ ਵੀ ਨਹੀਂ। ਸੱਚੇ ਪਾਤਸ਼ਾਹ ਕਿਰਪਾ ਕਰੋ, ਜਿਸ ਤਰ੍ਹਾਂ ਤੁਸੀਂ ਇਹਨਾਂ ਸਿੱਖਾਂ ਨੂੰ ਨਿਵਾਜਿਆ ਏ, ਮੇਰੇ ਤੇ ਵੀ ਰਹਿਮਤ ਕਰੋ, ਮੈਨੂੰ ਵੀ ਆਪਣੇ ਚਰਨਾਂ ਵਿੱਚ ਪੀੜੀ ਜਿੰਨੀ ਥਾਂ ਦੇ ਦਿਓ। ਤੇ ਹਜੂਰ ਨੇ ਆਖਿਆ, ਡੱਲਿਆ ਜੇ ਪੀੜੀ ਜਿੰਨੀ ਥਾਂ ਚਰਨਾਂ ਵਿੱਚ ਪ੍ਰਾਪਤ ਕਰਨੀ ਹੈ ਤਾਂ ਉਹਦੇ ਵਾਸਤੇ ਇੱਕੋ ਹੀ ਜੁਗਤ ਹੈ, ਪੰਜ ਪਿਆਰੇ ਸਾਹਿਬਾਨਾਂ ਕੋਲੋਂ ਖੰਡੇ ਬਾਟੇ ਦੀ ਪੌਲ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਹੀ ਇਹ ਥਾਂ ਮਿਲ ਸਕਦੀ ਹੈ। ਤੋ ਡੱਲਾ ਵੀ ਫਿਰ ਗੁਰੂ ਵਾਲਾ ਬਣਿਆ, ਗੁਰੂ ਕਾ ਸਿੱਖ ਬਣਿਆ। ਚੌਧਰੀ ਡੱਲੇ ਤੋਂ ਡੱਲ ਸਿੰਘ ਸਜਿਆ, ਗੁਰੂ ਸਾਹਿਬ ਦੀ ਬੜੀ ਸੇਵਾ ਕੀਤੀ ਤੇ ਗੁਰੂ ਸਾਹਿਬ ਜੀ ਨੇ ਵੀ ਫਿਰ ਬਾਜ ਦੀ ਡੋਰ, ਸਤਿਗੁਰੂ ਪਾਤਸ਼ਾਹ ਨੇ ਆਪਣੇ ਬਸਤਰ, ਹੋਰ ਬੜੀਆਂ ਜਿਹੜੀਆਂ ਨਿਸ਼ਾਨੀਆਂ ਸਨ ਉਹ ਡੱਲੇ ਨੂੰ ਭੇਟ ਕੀਤੀਆਂ। ਅੱਜ ਵੀ ਭਾਈ ਡੱਲੇ ਦੀ ਹਵੇਲੀ ਵਿੱਚ ਆਪਾਂ ਉਹ ਜਾ ਕੇ ਨਿਸ਼ਾਨੀਆਂ ਦੇ ਦਰਸ਼ਨ ਕਰਦੇ ਹਾਂ। ਸੋ ਜਦੋਂ ਕੋਈ ਗੁਰੂ ਦੀ ਸ਼ਰਨ ਪੈਂਦਾ ਹੈ, ਉਹਦੀ ਜਿਹੜੀ ਮਨ ਦੀ ਮਰਜ਼ੀ ਖਤਮ ਹੋ ਜਾਂਦੀ ਹੈ, ਉਹਦਾ ਹੰਕਾਰ ਟੁੱਟ ਜਾਂਦਾ ਹੈ, ਉਹ ਭਾਣੇ ਵਿੱਚ ਰਹਿਣਾ ਸਿੱਖ ਜਾਂਦਾ ਹੈ। ਇੱਥੇ ਵੀ ਮਹਾਰਾਜ ਕਿਰਪਾ ਕਰ ਰਹੇ ਨੇ ਕਿ ਮੈਂ ਗੋਬਿੰਦ ਦੀ ਗੁਰੂ ਦੀ ਆਗਿਆ ਮੰਨ ਕੇ ਸਾਰੇ ਸੁੱਖ ਪ੍ਰਾਪਤ ਕੀਤੇ ਨੇ। ਮਾਨ ਅਭਿਮਾਨ ਦੋ ਸਮਾਨੇ, ਮਸਤਕ ਡਾਰ ਗੁਰ ਪਾਗਿਓ। ਕਹਿੰਦੇ ਹੁਣ ਮੈਂ ਗੁਰੂ ਕੇ ਚਰਨਾਂ ਵਿੱਚ ਆਪਣਾ ਮੱਥਾ ਟੇਕ ਦਿੱਤਾ, ਮਸਤਕ ਟੇਕ ਦਿੱਤਾ ਹੈ, ਹੁਣ ਭਾਣੇ ਵਿੱਚ ਰਹਿਣਾ ਆ ਗਿਆ ਮੈਨੂੰ। ਮਾਨ ਅਭਿਮਾਨ ਦੋ ਸਮਾਨੇ, ਹੁਣ ਮੇਰੀ ਭਾਵੇਂ ਬੇਇੱਜ਼ਤੀ ਹੋਵੇ ਚਾਹੇ ਮਾਣ ਮਿਲੇ, ਮੈਨੂੰ ਕੋਈ ਫਰਕ ਨਹੀਂ ਪੈਂਦਾ।